ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਜੇਕਰ ਅਪਵਿੱਤਰਤਾ ਦੀ ਗੱਲ ਕੀਤੀ ਜਾਵੇ ਤਾਂ ਇਨਸਾਨ ਵਿੱਚ ਹਮੇਸ਼ਾ ਹੀ ਅਪਵਿੱਤਰਤਾ ਰਹਿੰਦੀ ਹੈ, ਕਦੇ ਮਲ ਮੂਤਰ ਦੇ ਰੂਪ ਵਿੱਚ ਤਾਂ ਕਦੇ ਮਨ ਵਿੱਚ ਕਿਸੇ ਗਲਤ ਵਿਚਾਰ ਦੀ ਅਪਵਿੱਤਰਤਾ। ਬਾਹਰੀ ਸ਼ੁੱਧਤਾ ਕੇਵਲ ਓਨੀ ਹੀ ਹੋਣੀ ਚਾਹੀਦੀ ਹੈ ਕਿ ਜਿਸ ਵਿੱਚ ਕੀਟਾਣੂ ਆਦਿ ਦਾ ਬਚਾਅ ਹੋ ਸਕੇ। ਜ਼ਿਆਦਾ ਸ਼ੁੱਧਤਾ ਦਿਖਾਉਣਾ ਪਖੰਡ ਦਾ ਕਾਰਨ ਬਣਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣ ਕੇ ਇੱਕ ਸੰਨਿਆਸੀ ਉਹਨਾਂ ਦੇ ਦਰਸ਼ਨਾਂ ਲਈ ਆਇਆ। ਉਸ ਦੇ ਮਨ ਵਿੱਚ ਪ੍ਰਬਲ ਇੱਛਾ ਸੀ ਕਿ ਮੈਂ ਕਿਸੇ ਗੁਰੂ ਬ੍ਰਹਮ ਗਿਆਨੀ ਵੱਲੋਂ ਗੁਰੂ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰਾਂ। ਸੇਵਕਾਂ ਦੇ ਸਾਹਮਣੇ ਉਸਨੇ ਗੁਰੂ ਜੀ ਵੱਲੋਂ ਭੇਟ ਕਰਾਉਣ ਦੀ ਇੱਛਾ ਹਾਜ਼ਰ ਕੀਤੀ। ਜਵਾਬ ਮਿਲਿਆ ਕਿ ਪਹਿਲਾਂ ਤੁਸੀਂ ਲੰਗਰ ਵਿੱਚ ਭੋਜਨ ਕਬੂਲ ਕਰੋ, ਉਸ ਤੋਂ ਬਾਅਦ ਦਰਸ਼ਨ ਪਾ ਸਕਦੇ ਹੋ। ਉਹ ਨਾਪਾਕੀ ਦੇ ਦ੍ਰਿਸ਼ਟੀਕੋਣ ਨੂੰ ਸਨਮੁਖ ਰੱਖ ਕੇ ਆਪਣੇ ਲਈ ਆਪ ਭੋਜਨ ਤਿਆਰ ਕਰਦਾ ਸੀ ਅਤੇ ਕਿਸੇ ਦੂਜੇ ਦਾ ਤਿਆਰ ਭੋਜਨ ਕਰਦਾ ਨਹੀਂ ਸੀ, ਭਲੇ ਹੀ ਉਹ ਸਰਵਣ ਜਾਤੀ ਦਾ ਹੀ ਕਿਉਂ ਨਾ ਹੋਵੇ। ਉਹ ਸੰਨਿਆਸੀ ਨੇ ਸੇਵਕਾਂ ਵੱਲੋਂ ਬੇਨਤੀ ਕੀਤੀ ਕਿ ਮੈਨੂੰ ਤਾਂ ਤੁਸੀਂ ਰਸਦ ਦੇ ਦਿਓ, ਮੈਂ ਆਪ ਪਕਾ ਲਵਾਂਗਾ। ਇਹ ਮੇਰੇ ਜੀਵਨ ਭਰ ਦਾ ਵਰਤ ਹੈ ਅਤੇ ਦੂਸਰੋਂ ਦੇ ਦੁਆਰਾ ਤਿਆਰ ਕੀਤਾ ਭੋਜਨ ਕਰਦਾ ਹੀ ਨਹੀਂ। ਸੇਵਕਾਂ ਨੇ ਇਸ ਗੱਲ ਦੀ ਚਰਚਾ ਗੁਰੂ ਜੀ ਵੱਲੋਂ ਕੀਤੀ। ਉਹਨਾਂ ਨੇ ਕਿਹਾ, ਠੀਕ ਹੈ, ਹੁਣੇ ਤਾਂ ਉਸ ਨੂੰ ਤੁਸੀਂ ਰਸਦ ਦੇ ਦਿਓ। ਸੇਵਕਾਂ ਦੇ ਆਗਿਆ ਅਨੁਸਾਰ ਅਜਿਹਾ ਹੀ ਕੀਤਾ। ਸੰਨਿਆਸੀ ਰਸਦ ਲੈ ਕੇ ਵਾਪਸ ਨਦੀ ਦੇ ਕੰਢੇ ਕਿਸੇ ਇਕਾਂਤ ਸਥਾਨ 'ਤੇ ਪੱਥਰਾਂ ਵੱਲੋਂ ਚੁੱਲ੍ਹਾ ਤਿਆਰ ਕਰਕੇ ਭੋਜਨ ਕਰਕੇ ਆਇਆ। ਜਦੋਂ ਉਹ ਗੁਰੂ ਜੀ ਦੇ ਸਾਹਮਣੇ ਅੱਪੜਿਆ ਤਾਂ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਅਸੀਂ ਅੱਜ ਇੱਕ ਅਜਿਹੇ ਸਾਧਕ ਨੂੰ ਵੇਖਿਆ ਹੈ ਜਿਨ੍ਹੇ ਕੜੇ ਥਕੇਵਾਂ ਵੱਲੋਂ ਤਿਆਰ ਪਵਿੱਤਰ ਭੋਜਨ ਗੰਦੇ ਚਮੜੇ ਦੀ ਥੈਲੀ ਵਿੱਚ ਪਾ ਕੇ ਦਿੱਤਾ ਹੈ। ਗੁਰੂ ਜੀ ਦਾ ਇਹ ਵਿਅੰਗ ਸੰਨਿਆਸੀ ਸਮਝਿਆ ਨਹੀਂ। ਉਹ ਜਵਾਬ ਵਿੱਚ ਬੋਲਿਆ, ਅਜਿਹਾ ਕਿਹੜਾ ਮੂਰਖ ਹੈ ਜਿਨ੍ਹੇ ਅਜਿਹਾ ਘੋਰ ਦੋਸ਼ ਕੀਤਾ ਹੈ। ਗੁਰੂ ਜੀ ਨੇ ਕਿਹਾ, ਉਹ ਮੇਰੇ ਸਾਹਮਣੇ ਹੀ ਖੜਾ ਹੈ। ਇਸ ਉੱਤੇ ਸੰਨਿਆਸੀ ਬੌਖਲਾ ਗਿਆ ਅਤੇ ਬੋਲਿਆ, ਉਹ ਕੋਈ ਹੋਰ ਹੋਵੇਗਾ। ਮੈਂ ਤਾਂ ਪਵਿੱਤਰਤਾ ਦਾ ਅਖੀਰ ਸੀਮਾ ਤੱਕ ਧਿਆਨ ਰੱਖਦਾ ਹਾਂ ਅਤੇ ਤਦ ਤੱਕ ਭੋਜਨ ਨਹੀਂ ਕਰਦਾ ਜਦੋਂ ਤੱਕ ਮੈਨੂੰ ਵਿਸ਼ਵਾਸ ਨਹੀਂ ਹੋ ਜਾਵੇ ਕਿ ਭੋਜਨ ਪੂਰਨ ਸਨਾਤਨ ਢੰਗ ਅਨੁਸਾਰ ਤਿਆਰ ਹੋਇਆ ਹੈ। ਗੁਰੂ ਜੀ ਨੇ ਉਸ ਨੂੰ ਕਿਹਾ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਕਿਹਾ ਹੈ ਪਵਿੱਤਰ ਭੋਜਨ ਨੂੰ ਉਸਨੇ ਚਮੜੇ ਦੀ ਗੰਦੀ ਥੈਲੀ ਵਿੱਚ ਪਾਇਆ ਹੈ। ਸੰਨਿਆਸੀ ਨੂੰ ਫਿਰ ਠੋਕਰ ਲੱਗੀ। ਉਹ ਬੋਲਿਆ, ਮੈਂ ਸਮਝਿਆ ਨਹੀਂ ਗੁਰੂ ਜੀ। ਗੁਰੂ ਜੀ ਨੇ ਕਿਹਾ, ਇਹ ਸਾਡਾ ਸਰੀਰ ਇੱਕ ਗੰਦੇ ਚਮੜੇ ਦੀ ਥੈਲੀ ਹੀ ਤਾਂ ਹੈ। ਇਸ ਵਿੱਚ ਪਵਿੱਤਰ ਅਨਾਜ ਪਾਣੀ ਪਾਉਂਦੇ ਹੀ ਮਲ ਮੂਤਰ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਉਸ ਨੂੰ ਬਦਬੂ ਭਰੀ ਜਾਂਦੀ ਹੈ। ਕੀ ਇਹ ਠੀਕ ਨਹੀਂ ਹੈ? ਸੰਨਿਆਸੀ ਨੇ ਸਿਰ ਝੁਕਾ ਲਿਆ ਅਤੇ ਕਿਹਾ, ਮੈਨੂੰ ਮਾਫ਼ ਕਰੋ, ਮੈਂ ਕੁਦਰਤ ਦਾ ਰਹੱਸ ਜਾਣ ਹੀ ਨਹੀਂ ਪਾਇਆ। ਅਨਭਾਗਿਆ ਹਾਂ, ਗਿਆਨ ਦੀ ਇੱਛਾ ਲਈ ਤੁਹਾਡੇ ਚਰਨਾਂ ਵਿੱਚ ਮੌਜੂਦ ਹੋਇਆ ਹਾਂ। ਗੁਰੂ ਜੀ ਨੇ ਕਿਹਾ, ਨਾਪਾਕੀ ਵੱਲੋਂ ਮੰਤਵ ਕੇਵਲ ਜੀਵਾਣੂਆਂ ਅਤੇ ਕੀਟਾਣੂਆਂ ਵੱਲੋਂ ਸੁਰੱਖਿਆ ਕਰਨਾ ਹੈ, ਨਾ ਕਿ ਸਮਾਜ ਵਿੱਚ ਭੁਲੇਖੇ ਦਾ ਜਾਲ ਫੈਲਾਉਣਾ ਹੈ ਅਤੇ ਅਮੁੱਲ ਜੀਵਨ ਨੂੰ ਨਾਪਾਕੀ ਦੇ ਨਾਮ ਉੱਤੇ ਕਰਮ ਕਾਂਡਾਂ ਵਿੱਚ ਨਸ਼ਟ ਕਰਨਾ ਹੈ। ਜਦੋਂ ਲੰਗਰ ਵਿੱਚ ਸਾਰੇ ਸਮਾਜ ਦੇ ਸਿਹਤ ਦਾ ਧਿਆਨ ਰੱਖ ਕੇ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਸਾਰੇ ਵਰਗ ਦੇ ਲੋਕ ਉਸ ਦੇ ਅਧਿਕਾਰੀ ਹਨ, ਤਾਂ ਤੁਸੀਂ ਉੱਥੇ ਵੱਲੋਂ ਭੋਜਨ ਕਰਨ ਵੱਲੋਂ ਕਿਉਂ ਮਨਾਹੀ ਕੀਤੀ ਹੈ? ਸੰਨਿਆਸੀ ਨੂੰ ਆਪਣੀ ਰੂੜੀਵਾਦੀ ਵਿਚਾਰਧਾਰਾ ਖੋਖਲੀ ਦ੍ਰਿਸ਼ਟੀਹੀਣ ਹੋਣ ਲੱਗੀ। ਉਸ ਨੇ ਗੁਰੂ ਜੀ ਵੱਲੋਂ ਫਿਰ ਮਾਫ਼ੀ ਮੰਗੀ, ਬੇਨਤੀ ਕੀਤੀ ਅਤੇ ਕਿਹਾ, ਮੈਨੂੰ ਗਿਆਨ ਦਿਓ ਗੁਰੂ ਜੀ। ਗੁਰੂ ਜੀ ਨੇ ਕਿਹਾ, ਗਿਆਨ ਮਿਲੇਗਾ, ਪਰ ਪਹਿਲਾਂ ਭਰਮ ਜਾਲ ਵੱਲੋਂ ਉਤਰ ਕੇ ਲੰਗਰ ਵਿੱਚ ਭੋਜਨ ਕਰਕੇ ਆਓ। ਸੰਨਿਆਸੀ ਤੁਰੰਤ ਪਰਤ ਕੇ ਲੰਗਰ ਵਿੱਚ ਭੋਜਨ ਕਰਨ ਗਿਆ। ਸੇਵਾਦਾਰਾਂ ਨੇ ਉਸ ਨੂੰ ਬਹੁਤ ਆਦਰ ਭਾਵ ਵੱਲੋਂ ਭੋਜਨ ਕਰਾਇਆ। ਸੰਨਿਆਸੀ ਨੇ ਭੋਜਨ ਕਰਦੇ ਸਮੇਂ ਭੋਜਨ ਵਿੱਚ ਅਦਭੁਤ ਸਵਾਦ ਵੇਖਿਆ ਅਤੇ ਉਸ ਨੂੰ ਛਕਿਆ। ਉਸ ਨੇ ਜੀਵਨ ਵਿੱਚ ਪਹਿਲੀ ਵਾਰ ਇੰਨਾ ਸਵਾਦਿਸ਼ਟ ਭੋਜਨ ਕੀਤਾ ਸੀ, ਜਿਸ ਕਾਰਨ ਉਹ ਆਨੰਦਿਤ ਹੋ ਉੱਠਿਆ। ਜਦੋਂ ਉਹ ਫਿਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਉਸ ਦੇ ਜੀਵਨ ਵਿੱਚ ਕ੍ਰਾਂਤੀ ਆ ਗਈ ਸੀ। ਉਹ ਕਹਿਣ ਲੱਗਾ, ਕਿਰਪਾ ਕਰਕੇ ਮੈਨੂੰ ਸਦੀਵੀ ਗਿਆਨ ਪ੍ਰਦਾਨ ਕਰੋ ਗੁਰੂ ਜੀ। ਗੁਰੂ ਜੀ ਦੇ ਬਾਣੀ ਵਿੱਚ ਉਚਾਰਨ ਹੈ, ਭਗਤਾਂ ਦੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ।
ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤਾ ਨਾ ਹੀ ਬੋਲਣਾ। ਖਨ ਹੈ ਤਿੱਖੀ ਵਾਲੈ, ਨਿੱਕੀ ਏਤ ਮਾਰਗ ਜਾਣਿਆ। ਗੁਰ ਪ੍ਰਸਾਦੀ ਜਿਨੀ ਆਪ, ਤਜਿਆ ਹਰਵਸਣਾ ਸਮਾਣੀ। ਕਹਿ ਨਾਨਕ ਚੱਲ ਭਗਤਾ, ਜੁਗ ਹੈ ਜੁਗ ਨਿਰਾਲੀ। ਗੁਰੂ ਜੀ ਨੇ ਕਿਹਾ ਹੈ, ਜੋ ਮਨੁੱਖ ਆਤਮਿਕ ਮਾਰਗ ਦਾ ਯਾਤਰੀ ਬਣ ਜਾਂਦਾ ਹੈ, ਉਹ ਪੂਰਨ ਗੁਰੂ ਦੇ ਸਨਿਧੀ ਵਿੱਚ ਰਹਿ ਕੇ ਆਪਣੇ ਅਸਤਿਤਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਭਾਵ ਇਹ ਹੈ, ਮਨੁੱਖ ਆਪਣੇ ਅਹੰਕਾਰ ਅਹਭਾਵ ਨੂੰ ਖਤਮ ਕਰ, ਤ੍ਰਿਸ਼ਨਾ ਦੀ ਅੱਗ ਨੂੰ ਖਤਮ ਕਰ, ਨਿਰੇਛਕ ਬਣ ਕੇ ਇੱਕ ਮਾਇਆ ਪ੍ਰਾਣੀ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ। ਇਹ ਰਸਤਾ ਬਹੁਤ ਔਖਾ ਹੈ, ਪਰ ਇਸ ਵਿੱਚ ਪ੍ਰਾਪਤੀਆਂ ਜ਼ਿਆਦਾ ਅਤੇ ਤੁਰੰਤ ਹਨ।